ਸਤਿ ਸ਼੍ਰੀ ਅਕਾਲ। ਤੁਸੀਂ PNCN ਦੇਖ ਰਹੇ ਹੋ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲੀ ਖਬਰ ਟੋਰਾਂਟੋ ਖੇਤਰ ਤੋਂ ਹੈ, ਜਿੱਥੇ ਕਿ ਇੱਕ 16 ਸਾਲ ਦੇ ਨੌਜਵਾਨ ਦੇ ਚਾਕੂ ਮਾਰੇ ਗਏ ਨੇ TTC ਬੱਸ ਵਿੱਚ। ਸ਼ਨੀਵਾਰ ਤੋਂ ਲੈ ਕੇ ਹੁਣ ਤੱਕ ਇਹ ਪੰਜਵਾਂ ਅਜਿਹਾ ਮਾਮਲਾ ਸਾਹਮਣੇ ਆ ਚੁੱਕਿਆ ਹੈ, ਜੋ ਕਿ ਟ੍ਰਾਂਜ਼ਿਟ ਨਾਲ ਜੁੜੇ ਕਈ ਹਿੰਸਕ ਮਾਮਲੇ ਵਾਪਰੇ ਨੇ, ਜਿਸ ਦੇ ਬਾਰੇ ਪੁਲਿਸ ਨੇ ਜਾਣਕਾਰੀ ਦਿੱਤੀ ਹੈ। ਐਟੋਬਿਕੋ ਖੇਤਰ ਵਿੱਚ TTC ਬੱਸ ਉੱਤੇ ਇੱਕ 16 ਸਾਲ ਦੇ ਲੜਕੇ ਦੇ ਚਾਕੂ ਮਾਰੇ ਗਏ ਨੇ। ਬੁੱਧਵਾਰ ਦੀ ਦੁਪਹਿਰ ਨੂੰ ਟੋਰਾਂਟੋ ਪੁਲਿਸ ਨੇ ਕਿਹਾ ਕਿ ਓਲਡ ਮਿਲ ਸਟੇਸ਼ਨ ਦੇ ਉੱਤੇ ਇਹ ਵਾਪਰਿਆ, ਜਿੱਥੇ ਕਿ ਸ਼ਾਮ ਨੂੰ 4 ਵਜੇ ਦੇ ਨੇੜੇ ਦਾ ਸਮਾਂ ਸੀ ਜਦੋਂ ਪੁਲਿਸ ਨੂੰ ਬੁਲਾਇਆ ਗਿਆ। ਪੁਲਿਸ ਜਦੋਂ ਉੱਥੇ ਪਹੁੰਚੀ ਤਾਂ ਪੀੜਤ ਮੌਜੂਦ ਸੀ, ਜਿਸ ਦੇ ਕਿ ਚਾਕੂ ਲੱਗਣ ਦੇ ਜ਼ਖਮ ਸਨ ਤੇ ਉਸ ਦੀ ਹਾਲਤ ਗੰਭੀਰ ਤਾਂ ਜ਼ਰੂਰ ਸੀ, ਪਰ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ, ਜਿਸ ਨੂੰ ਕਿ ਟਰਾਮਾ ਸੈਂਟਰ ਵਿੱਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਚਾਕੂ ਮਾਰਨ ਵਾਲੇ ਵਿਅਕਤੀ ਦੀ ਭਾਲ ਕਰ ਰਹੇ ਨੇ, ਜਿਸ ਨੂੰ ਆਖਰੀ ਵਾਰ ਬਲੋਰ ਸਟਰੀਟ ਦੇ ਉੱਤੇ ਦੇਖਿਆ ਗਿਆ ਸੀ, ਜਿਸ ਦੀ ਉਮਰ ਕਰੀਬ 20 ਸਾਲ ਦੇ ਨੇੜੇ ਹੈ, ਜਿਸ ਨੇ ਕਿ ਨੀਲੇ ਰੰਗ ਦਾ ਮਾਸਕ ਪਾਇਆ ਹੋਇਆ ਸੀ, ਕਾਲੀ ਜੈਕਟ ਪਾਈ ਹੋਈ ਸੀ ਤੇ ਹੁੱਡੀ ਵਾਲੀ ਜੈਕਟ ਸੀ। ਪੁਲਿਸ ਨੇ ਕਿਹਾ ਹੈ ਕਿ ਜੇਕਰ ਕੋਈ ਚਸ਼ਮਦੀਦ ਹੋਵੇ ਤਾਂ ਉਹ ਜਾਂਚ ਵਾਸਤੇ ਸਹਿਯੋਗ ਜ਼ਰੂਰ ਦੇਵੇ। ਇੱਥੇ ਜ਼ਿਕਰਯੋਗ ਹੈ ਕਿ ਟੋਰਾਂਟੋ ਵਿੱਚ ਇਹ ਲੰਘੇ ਸ਼ਨੀਵਾਰ ਤੋਂ ਲੈ ਕੇ ਹੁਣ ਤੱਕ ਪੰਜਵਾਂ ਅਜਿਹਾ ਹਮਲਾ ਹੋਇਆ ਹੈ, ਜੋ ਕਿ ਸਿਟੀ ਦੇ ਟ੍ਰਾਂਜ਼ਿਟ ਸਿਸਟਮ ਦੇ ਵਿੱਚ ਕੀਤਾ ਗਿਆ ਹੈ। ਦਰਅਸਲ ਬੁੱਧਵਾਰ ਦੀ ਸਵੇਰ ਨੂੰ 2 TTC ਕਾਮਿਆਂ ਦੇ ਪਿੱਛੇ ਇੱਕ ਵਿਅਕਤੀ ਪੈ ਗਿਆ ਸੀ, ਜਿਸ ਦੇ ਹੱਥ ਵਿੱਚ ਸਰਿੰਜ ਸੀ ਤੇ ਉਸ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਇੱਕ ਔਰਤ ਦੇ ਕਈ ਚਾਕੂ ਮਾਰੇ ਗਏ ਡਾਊਨਟਾਊਨ ਸਟਰੀਟ ਕਾਰ ਦੇ ਉੱਤੇ, ਜਿੱਥੇ ਕਿ ਚਾਕੂ ਮਾਰਨ ਦੇ ਜ਼ੁਰਮ ਵਿੱਚ ਤੇ ਕਤਲ ਦੀ ਕੋਸ਼ਿਸ਼ ਦੇ ਜ਼ੁਰਮ ਵਿੱਚ ਇੱਕ ਔਰਤ ਨੂੰ ਹੀ ਗ੍ਰਿਫਤਾਰ ਕੀਤਾ ਗਿਆ। ਤੇ ਲੰਘੇ ਸੋਮਵਾਰ ਨੂੰ 2 TTC ਦੇ ਕਾਮਿਆਂ ਦੇ ਉੱਤੇ ਸਕਾਰਬਰੋ ਦੇ ਵਿੱਚ ਕੁਝ ਨੌਜਵਾਨਾਂ ਨੇ ਹਮਲਾ ਕਰ ਦਿੱਤਾ, ਜਿਨ੍ਹਾਂ ਦੀ ਉਮਰ 13 ਸਾਲ ਸੀ ਤੇ 4 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਤੇ ਲੰਘੇ ਸ਼ਨੀਵਾਰ ਨੂੰ 24 ਸਾਲ ਦੇ TTC ਦੇ ਬੱਸ ਡਰਾਈਵਰ ਦੇ ਉੱਤੇ BB ਗਨ ਦੇ ਨਾਲ ਹਮਲਾ ਕੀਤਾ ਗਿਆ, ਜੋ ਕਿ ਸਕਾਰਬਰੋ ਵਿੱਚ ਆਪਣੀ ਸ਼ਿਫਟ ਵਾਸਤੇ ਉਡੀਕ ਕਰ ਰਿਹਾ ਸੀ। ਅਗਲੀ ਖਬਰ ਹੈ ਕਿ ਓਨਟਾਰੀਓ ਦੇ ਕੁਝ ਹਿੱਸੇ ਵਿੱਚ ਬਰਫ਼ਬਾਰੀ ਤੇ ਨਾਲ ਹੀ ਬਰਫੀਲੇ ਤੂਫਾਨ ਦੇ ਕਰਕੇ ਕਈ ਸਰਵਿਸਿਜ਼ ਪ੍ਰਭਾਵਿਤ ਹੋਈਆਂ। ਏਅਰਪੋਰਟ ਦੇ ਉੱਤੇ ਕਈ ਫਲਾਈਟਾਂ ਵੀ ਰੱਦ ਕੀਤੀਆਂ ਗਈਆਂ ਤਾਂ ਕਈ ਫਲਾਈਟਾਂ ਨੇ ਦੇਰੀ ਦੇ ਨਾਲ ਉਡਾਣ ਭਰੀ। ਇਸ ਮੌਕੇ ਵੀਰਵਾਰ ਦੀ ਸਵੇਰ ਤੱਕ ਮੌਸਮ ਥੋੜਾ ਪਹਿਲਾਂ ਨਾਲੋਂ ਵਧੀਆ ਹੋਣ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ, ਪਰ ਥੋੜੀ ਬਰਫ਼ਬਾਰੀ ਹਜੇ ਵੀ ਜਾਰੀ ਰਹੇਗੀ। ਪਰ ਇਸ ਦੌਰਾਨ ਬੁੱਧਵਾਰ ਦੀ ਸ਼ਾਮ ਤੱਕ ਤਾਂ ਕਾਫੀ ਜ਼ਿਆਦਾ ਬਰਫੀਲਾ ਤੂਫਾਨ, ਜਿਸ ਦਾ ਅਸਰ ਜੋ ਹੋਇਆ, ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਦੱਸਿਆ ਕਿ ਇੱਕ ਖੇਤਰ ਵਿੱਚ 40 ਸੜਕ ਹਾਦਸੇ ਵਾਪਰ ਗਏ, ਪਰ ਬਚਾ ਰਿਹਾ ਕਿ ਕੋਈ ਵੀ ਗੰਭੀਰ ਰੂਪ 'ਚ ਇਸ ਮੌਕੇ ਜ਼ਖਮੀ ਨਹੀਂ ਹੋਇਆ। ਜਿਵੇਂ ਕਿ ਓਨਟਾਰੀਓ ਵਿੱਚ ਬਰਫੀਲੇ ਤੂਫਾਨ ਦਾ ਅਸਰ ਦਿਖਾਈ ਦਿੱਤਾ ਤਾਂ ਕਈ ਸਰਵਿਸਿਜ਼ ਤੂਫਾਨ ਦੇ ਕਰਕੇ ਰੱਦ ਹੋ ਗਈਆਂ। ਕਈ ਥਾਵਾਂ ਦੇ ਉੱਤੇ ਸੜਕਾਂ ਤੇ ਗੱਡੀਆਂ ਰੁਕੀਆਂ ਹੋਈਆਂ ਸਨ, ਕਿਉਂਕਿ ਗੱਡੀਆਂ ਫਿਸਲਣ ਦੇ ਮਾਮਲੇ ਵੀ ਸਾਹਮਣੇ ਆਏ। ਸੜਕ ਹਾਦਸੇ ਵੀ ਵਾਪਰੇ, ਜਿਨ੍ਹਾਂ ਵਿੱਚ ਏਅਰਪੋਰਟ ਵੀ ਸ਼ਾਮਲ ਸੀ, ਜਿੱਥੋਂ ਦੇ ਕੰਮ ਦੇ ਉੱਤੇ ਵੀ ਬਰਫੀਲੇ ਤੂਫਾਨ ਦਾ ਬੁਰਾ ਪ੍ਰਭਾਵ ਪਿਆ। ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਦੇ ਉੱਤੇ ਸੈਂਕੜੇ ਫਲਾਈਟਾਂ ਨੂੰ ਰੱਦ ਕਰ ਦਿੱਤਾ ਗਿਆ। ਬੁੱਧਵਾਰ ਨੂੰ ਭਾਰੀ ਬਰਫੀਲੇ ਤੂਫਾਨ ਕਰਕੇ ਏਅਰਪੋਰਟ ਤੇ ਦੱਸਿਆ ਗਿਆ ਕਿ ਉਹਨਾਂ ਨੇ ਕਰੀਬ 25% ਫਲਾਈਟਾਂ ਰੱਦ ਕਰ ਦਿੱਤੀਆਂ ਨੇ, ਜਿਨ੍ਹਾਂ ਨੇ ਉੱਥੇ ਤੋਂ ਉਡਾਣ ਭਰਨੀ ਸੀ, ਤੇ 26% ਉੱਥੇ ਜਿਹੜੀਆਂ ਫਲਾਈਟਾਂ ਪਹੁੰਚਣੀਆਂ ਸਨ ਉਹਨਾਂ ਨੂੰ ਰੱਦ ਕਰ ਦਿੱਤਾ ਗਿਆ, ਜਿਸ ਦੇ ਵਿੱਚ ਕੁੱਲ ਬੁੱਧਵਾਰ ਦੀ ਸ਼ਾਮ ਤੱਕ 106 ਡਿਪਾਰਚਰ ਤੇ 106 ਅਰਾਈਵਲਸ ਨੂੰ ਰੱਦ ਕੀਤਾ ਗਿਆ। ਜਿਸ ਦੇ ਬਾਰੇ ਜਦੋਂ ਜਾਣਕਾਰੀ ਦਿੱਤੀ ਗਈ ਤਾਂ ਇਹ ਵੀ ਕਿਹਾ ਗਿਆ ਕਿ ਕੁਝ ਅਗਲੇ ਘੰਟੇ ਨੇ, ਜੋ ਉਸ ਸਮੇਂ ਦੇ ਵਿੱਚ ਵੀ ਫਲਾਈਟਾਂ ਰੱਦ ਕੀਤੀਆਂ ਜਾ ਸਕਦੀਆਂ ਨੇ, ਪਰ ਇਸ ਸਮੇਂ ਮੌਸਮ ਦੇ ਉੱਤੇ ਵੀ ਨਿਰਭਰ ਕਰਦਾ ਹੈ ਤੇ 20 ਸੈਂਟੀਮੀਟਰ ਤੱਕ ਬਰਫ਼ ਹੁਣ ਤੱਕ ਪੈ ਚੁੱਕੀ ਹੈ। ਟੋਰਾਂਟੋ ਪੀਅਰਸਨ ਏਅਰਪੋਰਟ ਦੇ ਉੱਤੇ ਲਗਾਤਾਰ ਯਾਤਰੀਆਂ ਨੂੰ ਕਿਹਾ ਜਾ ਰਿਹਾ ਹੈ ਕਿ ਜਿਹੜੇ ਵੀ ਯਾਤਰੀ ਏਅਰਪੋਰਟ ਦੇ ਵਾਸਤੇ ਟਰੈਵਲ ਵੀ ਕਰ ਰਹੇ ਨੇ ਇਸ ਸਮੇਂ, ਉਹ ਆਨਲਾਈਨ ਜਾ ਕੇ ਫਲਾਈਟਸ ਦਾ ਸਟੇਟਸ ਜ਼ਰੂਰ ਦੇਖ ਲੈਣ, ਕਿਉਂਕਿ ਜੇਕਰ ਉਹਨਾਂ ਦੀ ਫਲਾਈਟ ਰੱਦ ਹੋ ਗਈ ਹੈ ਤਾਂ ਏਅਰਪੋਰਟ ਪਹੁੰਚਣ ਦਾ ਕੋਈ ਫਾਇਦਾ ਨਹੀਂ ਹੈ ਤੇ ਰਾਹ ਦੇ ਵਿੱਚ ਇਸ ਸਮੇਂ ਟਰੈਵਲ ਕਰਨਾ ਵੀ ਮੁਸ਼ਕਲ ਹੈ, ਕਿਉਂਕਿ ਭਾਰੀ ਬਰਫ਼ਬਾਰੀ ਦੇ ਕਰਕੇ ਹਾਲਾਤ ਵਿਗੜੇ ਹੋਏ ਨੇ ਤੇ ਏਅਰਪੋਰਟ ਦੇ ਉੱਤੇ ਲਗਾਤਾਰ ਕ੍ਰਿਊ ਮੈਂਬਰ ਰਨਵੇ ਨੂੰ ਸਾਫ਼ ਕਰਨ ਦੇ ਵਿੱਚ ਵੀ ਲੱਗੇ ਹੋਏ ਨੇ। ਤਾਂ ਉਧਰ ਜਿਵੇਂ ਕਿ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਣ ਵਾਲਾ ਹੈ, ਤਾਂ ਉਸ ਤੋਂ ਪਹਿਲਾਂ ਕੈਬਨਿਟ ਮੰਤਰੀਆਂ ਨੇ ਬੈਠਕ ਕੀਤੀ 3 ਦਿਨ ਦੇ ਵਾਸਤੇ ਹੈਮਿਲਟਨ ਵਿੱਚ। ਪਰ ਇਸ ਮੌਕੇ ਇੱਕ ਰੈਸਟੋਰੈਂਟ ਦੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜਾ ਰਹੇ ਸਨ ਤਾਂ ਉੱਥੇ ਉਹਨਾਂ ਨੂੰ ਪ੍ਰਦਰਸ਼ਨਕਾਰੀਆਂ ਨੇ ਘੇਰ ਲਿਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਖਿਲਾਫ ਹੈਮਿਲਟਨ ਵਿੱਚ ਪ੍ਰਦਰਸ਼ਨ ਹੋਇਆ। ਜਦੋਂ ਉਹ ਹੈਮਿਲਟਨ ਵਿੱਚ ਰੈਸਟੋਰੈਂਟ ਦੇ ਬਾਹਰ ਸਨ ਤਾਂ ਪ੍ਰਦਰਸ਼ਨਕਾਰੀਆਂ ਨੇ ਉਹਨਾਂ ਨੂੰ ਘੇਰਾ ਪਾ ਲਿਆ, ਜਿਨ੍ਹਾਂ ਦੀ ਸੁਰੱਖਿਆ ਵਾਸਤੇ ਪੁਲਿਸ ਵਾਲਿਆਂ ਨੇ ਜਸਟਿਨ ਟਰੂਡੋ ਨੂੰ ਘੇਰਿਆ ਹੋਇਆ ਸੀ ਤੇ ਇਹਨਾਂ ਪ੍ਰਦਰਸ਼ਨਕਾਰੀਆਂ ਨੂੰ ਜਸਟਿਨ ਟਰੂਡੋ ਨੇ ਗੁੱਸੇ ਵਿੱਚ ਕੁਝ ਲੋਕ ਕਹਿ ਕੇ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਜੈਕਸਨ ਸਕੁਏਅਰ ਵੱਲ ਜਾ ਰਹੇ ਸਨ, ਜੇਮਸ ਸਟਰੀਟ ਤੇ ਯਾਰਕ ਬੁਲੇਵਾਰਡ ਦੇ ਕੋਲ। ਜਦੋਂ ਕਈ ਪ੍ਰਦਰਸ਼ਨਕਾਰੀ ਉੱਥੇ ਪਹੁੰਚ ਗਏ ਤੇ ਉਹ ਜਸਟਿਨ ਟਰੂਡੋ ਨੂੰ ਦਗੇਬਾਜ਼ ਕਹਿ ਰਹੇ ਸੀ ਤੇ ਟਰੂਡੋ ਤੋਂ ਅਸਤੀਫੇ ਦੀ ਮੰਗ ਕਰ ਰਹੇ ਸਨ, ਜਿਨ੍ਹਾਂ ਵਿੱਚ ਕੋਵਿਡ ਦੀਆਂ ਹਦਾਇਤਾਂ ਦਾ ਵਿਰੋਧ ਕਰਨ, ਮਹਿੰਗਾਈ ਤੇ ਹੋਰ ਕਈ ਮੁੱਦਿਆਂ ਨਾਲ ਜੁੜੇ
ਪੋਸਟਰ ਪ੍ਰਦਰਸ਼ਨਕਾਰੀਆਂ ਨੇ ਚੁੱਕੇ ਹੋਏ ਸੀ, ਜਿਸ ਤੋਂ ਬਾਅਦ ਬੁੱਧਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਦੇ ਬਾਰੇ ਦੱਸਿਆ ਕਿ ਉਹਨਾਂ ਦਾ ਹੈਮਿਲਟਨ ਵਿੱਚ ਨਿੱਘਾ ਸਵਾਗਤ ਕੀਤਾ ਗਿਆ ਤੇ ਜੋ ਪ੍ਰਦਰਸ਼ਨਕਾਰੀ ਸਨ ਉਹਨਾਂ ਨੂੰ ਹੈਂਡਫੁਲ ਆਫ ਐਂਗਰੀ ਪੀਪਲ ਕਹਿੰਦੇ ਹੋਏ ਪ੍ਰਧਾਨ ਮੰਤਰੀ ਨੇ ਸੰਬੋਧਨ ਕੀਤਾ, ਜਿਸ ਦੇ ਵਿੱਚ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਇਹ ਜ਼ਰੂਰੀ ਹੈ ਲੋਕਤੰਤਰਤਾ ਦੇ ਵਿੱਚ ਕਿ ਲੋਕ ਸਰਕਾਰਾਂ ਪ੍ਰਤੀ ਆਪਣਾ ਗੁੱਸਾ ਤੇ ਜੇਕਰ ਉਹ ਕਿਸੇ ਗੱਲ ਤੇ ਸਹਿਮਤ ਨਹੀਂ ਨੇ ਉਸ ਦਾ ਪ੍ਰਗਟਾਵਾ ਜ਼ਰੂਰ ਕਰਨ। ਇੱਥੇ ਜ਼ਿਕਰਯੋਗ ਹੈ ਕਿ ਲੰਮੇ ਸਮੇਂ ਤੋਂ ਅਜਿਹਾ ਹੁੰਦਾ ਆ ਰਿਹਾ ਹੈ ਕਿ ਕੈਨੇਡਾ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕਿਤੇ ਵੀ ਕਿਸੇ ਇਵੈਂਟ ਵਿੱਚ ਹਿੱਸਾ ਲੈਣ ਦੇ ਲਈ ਪਹੁੰਚਦੇ ਨੇ ਤਾਂ ਉੱਥੇ ਪ੍ਰਦਰਸ਼ਨਕਾਰੀ ਪਹੁੰਚ ਜਾਂਦੇ ਨੇ ਤੇ ਲਗਾਤਾਰ ਜਸਟਿਨ ਟਰੂਡੋ ਦੇ ਅਸਤੀਫੇ ਦੀ ਮੰਗ ਕਰਦੇ ਨੇ, ਜਿਨ੍ਹਾਂ ਵਿੱਚ ਵੱਡੀ ਗਿਣਤੀ ਉਹ ਪ੍ਰਦਰਸ਼ਨਕਾਰੀ ਸ਼ਾਮਲ ਨੇ ਜੋ ਕਿ ਰਾਜਧਾਨੀ ਓਟਵਾ ਦੇ ਵਿੱਚ ਕਈ ਦਿਨ ਦੇ ਵਾਸਤੇ ਉਸ ਸਮੇਂ ਮੌਜੂਦ ਸਨ ਜਦੋਂ ਕੋਵਿਡ-19 ਦੀਆਂ ਹਦਾਇਤਾਂ ਦਾ ਵਿਰੋਧ ਕੀਤਾ ਜਾ ਰਿਹਾ ਸੀ। ਫਰੀडम ਕਨਵੋਏ ਦਾ ਹਿੱਸਾ ਸਨ, ਜਿਨ੍ਹਾਂ ਵੱਲੋਂ ਲਗਾਤਾਰ ਜਸਟਿਨ ਟਰੂਡੋ ਦਾ ਵਿਰੋਧ ਕੀਤਾ ਜਾ ਰਿਹਾ ਹੈ। ਬਰੈਂਪਟਨ ਤੋਂ ਇੱਕ 25 ਸਾਲ ਦੀ ਲੜਕੀ ਲਾਪਤਾ ਹੈ, ਜਿਸ ਨੂੰ ਕਿ ਇੱਕ ਹਫ਼ਤਾ ਹੋ ਗਿਆ ਲਾਪਤਾ ਹੋਈ ਨੂੰ, ਜਿਸ ਦੇ ਬਾਰੇ ਹਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ। ਪੁਲਿਸ ਨੇ ਇਸ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ ਕਿ ਵੀਰਵਾਰ ਨੂੰ ਆਖਰੀ ਵਾਰ ਪਿਛਲੇ ਹਫ਼ਤੇ ਉਸ ਨੂੰ ਦੇਖਿਆ ਗਿਆ ਸੀ। 25 ਸਾਲ ਦੀ ਯਸ਼ਿਕਾ ਗੁਪਤਾ ਨਾਮਕ ਲੜਕੀ ਬਰੈਂਪਟਨ ਦੀ ਰਹਿਣ ਵਾਲੀ ਹੈ, ਜਿਸ ਨੂੰ ਕਿ ਆਖਰੀ ਵਾਰ ਜਨਵਰੀ 19, 2023 ਨੂੰ ਰਾਤ ਦੇ 9:30 ਵਜੇ ਦੇ ਨੇੜੇ ਸਟੀਲਜ਼ ਐਵੇਨਿਊ ਵੈਸਟ ਤੇ ਕਲੀਮੈਂਟਾਈਨ ਡਰਾਈਵ ਦੇ ਖੇਤਰ ਵਿੱਚ ਬਰੈਂਪਟਨ 'ਚ ਦੇਖਿਆ ਗਿਆ, ਜਿਸ ਤੋਂ ਬਾਅਦ ਤੋਂ ਲੈ ਕੇ ਹੁਣ ਤੱਕ ਉਸ ਦੇ ਬਾਰੇ ਕੁਝ ਪਤਾ ਨਹੀਂ ਲੱਗਿਆ। ਯਸ਼ਿਕਾ ਗੁਪਤਾ ਦਾ ਕੱਦ 5 ਫੁੱਟ 3 ਇੰਚ ਦੇ ਨੇੜੇ ਦੱਸਿਆ ਗਿਆ ਹੈ। ਕਾਲੇ ਮੋਢਿਆਂ ਤੱਕ ਉਸਦੇ ਵਾਲ ਨੇ ਤੇ ਗੂੜੀਆਂ ਭੂਰੀਆਂ ਅੱਖਾਂ ਨੇ। ਆਖਰੀ ਵਾਰ ਉਸਨੇ ਬਰਗੰਡੀ ਤੇ ਮੈਰੂਨ ਟਰੈਕ ਸੂਟ ਪਾਇਆ ਹੋਇਆ ਸੀ, ਕਾਲੇ ਸਨੋ ਬੂਟ ਪਾਏ ਹੋਏ ਸਨ। ਪੁਲਿਸ ਨੇ ਕਿਹਾ ਹੈ ਕਿ ਜੇਕਰ ਯਸ਼ਿਕਾ ਗੁਪਤਾ ਦੇ ਬਾਰੇ ਕਿਸੇ ਨੂੰ ਵੀ ਕੋਈ ਜਾਣਕਾਰੀ ਹੋਵੇ ਤਾਂ ਉਹਨਾਂ ਦੇ ਨਾਲ ਸੰਪਰਕ ਕਰਕੇ ਜ਼ਰੂਰ ਦੱਸਿਆ ਜਾਵੇ। ਯਸ਼ਿਕਾ ਗੁਪਤਾ ਦੀ ਸੁਰੱਖਿਆ ਨੂੰ ਲੈ ਕੇ ਪੁਲਿਸ ਨੇ ਚਿੰਤਾ ਦਾ ਪ੍ਰਗਟਾਵਾ ਵੀ ਕੀਤਾ ਹੈ। ਤਾਂ ਉਧਰ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਨੇ ਨਸ਼ੇ ਦੀ ਖੇਪ ਬਰਾਮਦ ਕੀਤੀ ਹੈ ਤੇ ਕੈਸ਼ ਵੀ ਬਰਾਮਦ ਕੀਤਾ ਹੈ, ਜਿਸ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਨੇ। ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਦੱਸਿਆ ਕਿ ਉਹਨਾਂ ਨੇ 4 ਕਿਲੋ ਕੋਕੇਨ ਬਰਾਮਦ ਕੀਤੀ ਤੇ $50,000 ਕੈਸ਼ ਬਰਾਮਦ ਕੀਤਾ ਹੈ, ਇੱਕ ਵਾਹਨ ਵੀ, ਜਿਸ ਤੋਂ ਬਾਅਦ 3 ਜਣਿਆਂ ਦੇ ਉੱਤੇ ਮਾਮਲੇ ਵੀ ਦਰਜ ਕੀਤੇ ਗਏ ਨੇ ਤੇ ਇਸ ਮਾਮਲੇ ਦੀ ਅੱਗੇ ਹੋਰ ਵੀ ਜਾਂਚ ਕੀਤੀ ਜਾ ਰਹੀ ਹੈ। ਸਿਰਫ ਇਹੀ ਨਹੀਂ, ਸਗੋਂ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਦੱਸਿਆ ਕਿ ਚੈਨੀ ਦੇ ਵਿੱਚ ਇੱਕ ਘਰ 'ਚ ਛਾਪੇਮਾਰੀ ਕੀਤੀ ਗਈ, ਜਿੱਥੇ ਕਿ ਉਹਨਾਂ ਨੇ ਨਸ਼ਾ ਤੇ ਕੈਸ਼ ਬਰਾਮਦ ਕੀਤਾ, ਜਿੱਥੇ ਕਿ ਇੱਕ ਗ੍ਰਿਫਤਾਰੀ ਵੀ ਕੀਤੀ ਗਈ। $1,05,000 ਦੇ ਕਰੀਬ ਦੀ ਕੀਮਤ ਸੀ ਜੋ ਨਸ਼ਾ ਤੇ ਕੈਸ਼ ਬਰਾਮਦ ਕੀਤਾ ਗਿਆ ਹੈ। ਕੋਕੇਨ ਦੱਸੀ ਜਾ ਰਹੀ ਹੈ ਜਿਸ ਦੀ ਬਰਾਮਦਗੀ ਕੀਤੀ ਗਈ ਹੈ। ਅਗਲੀ ਖਬਰ ਹੈ ਕਿ ਬਰਨਬੀ ਦੇ ਵਿੱਚ ਇੱਕ ਫਰਾਡ ਹੋਇਆ ਜੋ ਸੋਸ਼ਲ ਮੀਡੀਆ ਦੇ ਉੱਤੇ ਖਰੀਦਦਾਰੀ ਕੀਤੀ ਗਈ ਇੱਕ ਘੜੀ ਦੀ, ਪਰ ਉਹ ਜਾਲੀ ਨਿਕਲੀ, ਜਿਸ ਦੇ ਲਈ ਖਰੀਦਦਾਰ ਨੇ $10,000 ਤੱਕ ਦੇ ਦਿੱਤੇ। ਰੋਲੈਕਸ ਦੀ ਘੜੀ ਦੀ ਕੀਮਤ ਕਈ $1,000 ਤੱਕ ਦੀ ਹੁੰਦੀ ਹੈ, ਜਿਸ ਨੂੰ ਖਰੀਦਣ ਦੇ ਸ਼ੌਕੀਨ ਵਰਤੀ ਹੋਈ ਘੜੀ ਵੀ ਖਰੀਦ ਲੈਂਦੇ ਨੇ। ਕ੍ਰੇਗਲਿਸਟ ਦੇ ਉੱਤੇ ਲਗਾਈ ਗਈ ਰੋਲੈਕਸ ਦੀ ਸੈਕਿੰਡ ਹੈਂਡ ਘੜੀ ਇੱਕ ਵਿਅਕਤੀ ਨੇ $10,000 'ਚ ਖਰੀਦ ਲਈ, ਪਰ ਬਾਅਦ ਵਿੱਚ ਉਸ ਨੂੰ ਪਤਾ ਲੱਗਿਆ ਕਿ ਉਹ ਘੜੀ ਜਾਲੀ ਸੀ, ਯਾਨੀ ਉਸ ਦੇ ਨਾਲ ਠੱਗੀ ਹੋ ਗਈ, ਜਿਸ ਦੇ ਬਾਰੇ ਹੁਣ ਪੁਲਿਸ ਲੋਕਾਂ ਨੂੰ ਚੇਤਾਵਨੀ ਦੇ ਰਹੀ ਹੈ। ਕ੍ਰੇਗਲਿਸਟ ਦੇ ਉੱਤੇ ਘੜੀ ਵੇਚਣ ਵਾਲੇ ਨੇ ਖਰੀਦਦਾਰ ਨੂੰ ਰਸੀਦ ਤੇ ਸਰਟੀਫਿਕੇਟ ਵੀ ਦਿੱਤਾ। ਨਵੰਬਰ 2022 ਵਿੱਚ ਇਹ ਸੌਦਾ ਹੋਇਆ ਸੀ, ਜਿਸ ਦੇ ਲਈ ਬਰਨਬੀ ਵਿੱਚ ਖਰੀਦਦਾਰ ਨੇ ਵੇਚਣ ਵਾਲੇ ਨੂੰ ਮਿਲ ਕੇ $10,000 ਦਿੱਤੇ ਸਨ, ਜਿਸ ਤੋਂ ਬਾਅਦ ਜਦੋਂ ਖਰੀਦਦਾਰ ਨੇ ਘੜੀ ਦੀ ਜਾਂਚ ਕਰਵਾਈ ਤਾਂ ਉਸ ਨੂੰ ਪਤਾ ਲੱਗਿਆ ਕਿ ਘੜੀ ਸਮੇਤ ਰਸੀਦ ਤੇ ਸਰਟੀਫਿਕੇਟ ਵੀ ਜਾਲੀ ਸਨ, ਜਿਸ ਤੋਂ ਬਾਅਦ ਹੁਣ ਬਰਨਬੀ ਦੀ RCMP ਮਾਮਲੇ ਦੀ ਜਾਂਚ ਕਰ ਰਹੀ ਹੈ, ਜਿਨ੍ਹਾਂ ਨੇ ਹੋਰ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਸਮਾਨ ਵੇਚਣ ਵਾਲਿਆਂ ਤੋਂ ਬਚ ਕੇ ਰਿਹਾ ਜਾਵੇ। ਜੇਕਰ ਕੋਈ ਵੀ ਮਹਿੰਗੀ ਚੀਜ਼ ਖਰੀਦਣੀ ਹੈ ਤਾਂ ਅਜਿਹੇ ਵਿੱਚ ਸਾਵਧਾਨੀ ਬਹੁਤ ਜ਼ਿਆਦਾ ਵਰਤੀ ਜਾਵੇ, ਕਿਉਂਕਿ ਮਹਿੰਗੀਆਂ ਚੀਜ਼ਾਂ ਜੋ ਸੋਸ਼ਲ ਮੀਡੀਆ ਦੇ ਉੱਤੇ ਕੁਝ ਇਸ ਤਰ੍ਹਾਂ ਵੇਚੀਆਂ ਜਾਂਦੀਆਂ ਨੇ ਉਹ ਜਾਲੀ ਹੋ ਸਕਦੀਆਂ ਨੇ। ਜੇਕਰ ਕਿਸੇ ਨੂੰ ਵੀ ਅਜਿਹੇ ਕਿਸੇ ਮਾਮਲੇ ਦੇ ਬਾਰੇ ਪਤਾ ਲੱਗਦਾ ਹੈ ਜਾਂ ਕਿਸੇ ਅਜਿਹੇ ਵਿਅਕਤੀ ਦੇ ਬਾਰੇ ਜੋ ਅਜਿਹਾ ਕਰ ਰਿਹਾ ਹੋਵੇ ਤਾਂ ਬਰਨਬੀ RCMP ਨਾਲ 604 646 9999 ਤੇ ਫੋਨ ਕਰਕੇ ਸੰਪਰਕ ਕੀਤਾ ਜਾ ਸਕਦਾ ਹੈ। ਜਿਵੇਂ ਕਿ ਕੈਨੇਡਾ ਇਸ ਸਮੇਂ ਲਗਾਤਾਰ ਯੂਕਰੇਨ ਨੂੰ ਮਦਦ ਮੁਹੱਈਆ ਕਰਵਾ ਰਿਹਾ ਹੈ, ਤਾਂ ਇਸ ਮੌਕੇ ਟੈਂਕ ਵੀ ਕੈਨੇਡਾ ਵੱਲੋਂ ਛੇਤੀ ਹੀ ਦਿੱਤੇ ਜਾ ਸਕਦੇ ਨੇ, ਜਿਸ ਦੇ ਬਾਰੇ ਛੇਤੀ ਐਲਾਨ ਹੋ ਸਕਦਾ ਹੈ। ਕੈਨੇਡਾ ਯੂਕਰੇਨ ਨੂੰ 4 ਟੈਂਕ ਭੇਜਣ ਦੇ ਉੱਤੇ ਵਿਚਾਰ ਕਰ ਰਿਹਾ ਹੈ, ਜਿਸ ਦੇ ਉੱਤੇ ਫੈਸਲਾ ਲੈਣਾ ਅਜੇ ਬਾਕੀ ਹੈ। ਵੀਰਵਾਰ ਦੀ ਸਵੇਰ ਤੱਕ ਟੈਂਕ ਦਾਨ ਕਰਨ ਦਾ ਐਲਾਨ ਕੀਤਾ ਜਾ ਸਕਦਾ ਹੈ। ਕੈਨੇਡਾ ਦੀ ਫੌਜ ਦੇ ਸਭ ਤੋਂ ਪੁਰਾਣੇ ਟੈਂਕ A4 ਭੇਜੇ ਜਾ ਸਕਦੇ ਨੇ, ਜੋ ਕੈਨੇਡਾ ਨੇ ਨੀਦਰਲੈਂਡ ਤੋਂ ਖਰੀਦੇ ਸਨ ਜਦੋਂ ਅਫਗਾਨ ਜੰਗ ਦੇ ਲਈ ਲੋੜ ਸੀ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਹ ਕਹਿ ਚੁੱਕੇ ਨੇ ਕਿ ਕੈਨੇਡਾ ਯੂਕਰੇਨ ਦੇ ਲਈ ਹੋਰ ਮਦਦ ਮੁਹੱਈਆ ਕਰਵਾਏਗਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਓਨਟਾਰੀਓ ਦੇ ਹੈਮਿਲਟਨ ਵਿੱਚ ਪਹੁੰਚੇ ਹੋਏ ਨੇ, ਜਿੱਥੇ ਕਿ ਉਹਨਾਂ ਨੇ ਬੁੱਧਵਾਰ ਨੂੰ ਇਹ ਬਿਆਨ ਜਾਰੀ ਕੀਤਾ। ਦਰਅਸਲ ਹੈਮਿਲਟਨ ਵਿੱਚ ਕੈਬਨਿਟ ਮੰਤਰੀਆਂ ਦੀ ਬੈਠਕ ਹੋ ਰਹੀ ਹੈ, ਜੋ ਪਾਰਲੀਮੈਂਟ ਦਾ ਸੈਸ਼ਨ ਦੁਬਾਰਾ ਤੋਂ ਸ਼ੁਰੂ ਹੋਣ ਵਾਲਾ, ਉਸ ਤੋਂ ਪਹਿਲਾਂ ਇਹ ਬੈਠਕਾਂ ਕੀਤੀਆਂ ਜਾ ਰਹੀਆਂ ਨੇ।
ਅਗਲੀ ਖਬਰ ਹੈ ਕਿ ਜੋ ਕੈਨੇਡਾ ਪੋਸਟ ਦੇ ਵੱਲੋਂ ਵੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਹੈ ਕਿ GTA ਖੇਤਰ ਯਾਨੀ ਕਿ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਕਈ ਮੇਲ ਥੈਫਟ ਯਾਨੀ ਕਿ ਜੋ ਚਿੱਠੀਆਂ ਵਾਲੇ ਡੱਬੇ ਨੇ ਉਹਨਾਂ ਦੇ ਵਿੱਚੋਂ ਚੋਰੀ ਹੋਣ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। ਪੁਲਿਸ ਨੇ ਇੱਕ ਮਾਮਲੇ ਦੀ ਜਾਂਚ ਦੌਰਾਨ 3 ਜਣਿਆਂ ਨੂੰ ਗ੍ਰਿਫਤਾਰ ਵੀ ਕੀਤਾ ਤੇ ਉਹਨਾਂ ਨੇ ਕਈ ਜੋ ਡਾਕੂਮੈਂਟ ਨੇ ਬਰਾਮਦ ਵੀ ਕੀਤੇ ਨੇ, ਕਈਆਂ ਦੇ ID ਕਾਰਡ ਤੇ ਨਾਲ ਹੀ ਕਈ ਚਿੱਠੀਆਂ। ਪਰ ਇਸ ਮੌਕੇ ਹਜੇ ਵੀ ਇਹ ਮਾਮਲੇ ਸਾਹਮਣੇ ਆਉਣੇ ਜਾਰੀ ਨੇ। ਵੱਖੋ ਵੱਖਰੀਆਂ ਥਾਵਾਂ ਦੇ ਉੱਤੇ ਮੇਲ ਬਾਕਸ ਉਹਨਾਂ ਦੇ ਵਿੱਚੋਂ ਚੋਰੀ ਕੀਤੀ ਜਾ ਰਹੀ ਹੈ, ਜਿਸ ਨੂੰ ਲੈ ਕੇ ਚਿੰਤਾ ਦਾ ਪ੍ਰਗਟਾਵਾ ਭਾਈਚਾਰੇ ਦੇ ਵੱਲੋਂ ਕੀਤਾ ਜਾ ਰਿਹਾ ਹੈ। ਇੱਕ ਔਰਤ ਦੇ ਵੱਲੋਂ ਤਾਂ ਇੱਥੋਂ ਤੱਕ ਸ਼ਿਕਾਇਤ ਕੀਤੀ ਗਈ ਹੈ ਕਿ ਪਿਛਲੇ 3 ਮਹੀਨੇ ਤੋਂ ਹੁਣ ਤੱਕ ਕਈ ਵਾਰ ਉਸ ਦੇ ਮੇਲ ਬਾਕਸ ਦੇ ਵਿੱਚੋਂ ਚੋਰੀ ਹੋ ਚੁੱਕੀ ਹੈ, ਜਿਸ ਦੇ ਵਿੱਚੋਂ ਡਾਕੂਮੈਂਟ ਚੋਰੀ ਕਰ ਲਏ ਜਾਂਦੇ ਨੇ, ਚੈੱਕ ਚੋਰੀ ਕਰ ਲਏ ਜਾਂਦੇ ਨੇ ਤੇ ਹੋਰ ਜ਼ਰੂਰੀ ਚਿੱਠੀਆਂ ਚੋਰੀ ਹੋ ਜਾਂਦੀਆਂ ਨੇ, ਜਿਸ ਦੀ ਕਿ ਗਲਤ ਵਰਤੋਂ ਵੀ ਕੀਤੀ ਜਾਂਦੀ ਹੈ। ਜਿਸ ਨੂੰ ਲੈ ਕੇ ਜੋ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਤਾਂ ਪੁਲਿਸ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਵੱਡੇ ਪੱਧਰ ਦੇ ਉੱਤੇ ਜਾਂਚ ਵੀ ਕੀਤੀ ਜਾ ਰਹੀ ਹੈ ਇਸ ਦੇ ਉੱਤੇ ਤੇ ਇਸ ਦੇ ਸਥਾਈ ਹੱਲ ਦੀ ਇਸ ਸਮੇਂ ਲੋਕਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ, ਕਿਉਂਕਿ ਉਹਨਾਂ ਨੂੰ ਕਾਫੀ ਜ਼ਿਆਦਾ ਪਰੇਸ਼ਾਨੀ ਹੁੰਦੀ ਹੈ ਕਿ ਉਹਨਾਂ ਦੇ ਜ਼ਰੂਰੀ ਕਾਗਜ਼ ਉਹਨਾਂ ਤੱਕ ਪਹੁੰਚ ਨਹੀਂ ਪਾ ਰਹੇ, ਜਿੱਥੇ ਵੀ ਮੇਲ ਬਾਕਸ ਦੇ ਵਿੱਚ ਚੋਰੀਆਂ ਦੇ ਮਾਮਲੇ ਸਾਹਮਣੇ ਆ ਰਹੇ ਨੇ। ਇਸ ਨੂੰ ਲੈ ਕੇ ਕੈਨੇਡਾ ਪੋਸਟ ਦੇ ਵੱਲੋਂ ਇਹ ਸਲਾਹ ਦਿੱਤੀ ਗਈ ਹੈ ਕਿ ਜੇਕਰ ਤੁਹਾਨੂੰ ਕੋਈ ਵੀ ਜ਼ਰੂਰੀ ਚਿੱਠੀ ਜਾਂ ਫਿਰ ਕਿਸੇ ਦੇ ਵੱਲੋਂ ਪੈਕੇਜ ਭੇਜਿਆ ਜਾਣਾ ਹੈ, ਉਹ ਆਉਣਾ ਹੈ, ਜੇਕਰ ਉਹ ਲੰਮੇ ਚਿਰ ਤੱਕ ਨਹੀਂ ਆਇਆ ਤਾਂ ਜਿਸ ਦੇ ਵੱਲੋਂ ਭੇਜਿਆ ਗਿਆ ਹੈ ਉਸ ਦੇ ਨਾਲ ਵੀ ਸੰਪਰਕ ਕੀਤਾ ਜਾਵੇ ਤੇ ਕੈਨੇਡਾ ਪੋਸਟ ਨਾਲ ਵੀ ਆਪਣੇ ਖੇਤਰ ਵਿੱਚ ਸੰਪਰਕ ਕੀਤਾ ਜਾਵੇ ਕਿ ਕਿਤੇ ਇਹ ਨਾ ਹੋਵੇ ਕਿ ਉਹਨਾਂ ਨੇ ਤਾਂ ਡਿਲੀਵਰ ਕਰ ਦਿੱਤਾ ਹੋਵੇ ਪਰ ਮੇਲ ਬਾਕਸ ਦੇ ਵਿੱਚੋਂ ਚੋਰੀ ਹੋ ਗਿਆ ਹੋਵੇ, ਜਿਸ ਦੇ ਬਾਰੇ ਲੋਕਾਂ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ। ਹੁਣ ਅਗਲੀ ਖਬਰ ਦੇ ਵੱਲ ਰੁਕ ਕਰਾਂਗੇ। ਮੈਨੀਟੋਬਾ ਵਿੱਚ ਇੱਕ ਨੌਜਵਾਨ ਦੇ ਖਿਲਾਫ ਵਾਰੰਟ ਕੱਢੇ ਗਏ ਨੇ, ਜਿਸ ਦੇ ਉੱਤੇ 2 ਕਤਲ ਦੇ ਮਾਮਲੇ ਦਰਜ ਹੋਏ ਨੇ। 17 ਸਾਲ ਦਾ ਨੌਜਵਾਨ ਹੈ ਜਿਸ ਨੂੰ ਲੱਭਣ ਵਾਸਤੇ ਸਹਿਯੋਗ ਮੰਗਿਆ ਜਾ ਰਿਹਾ ਹੈ। ਮੈਨੀਟੋਬਾ ਵਿੱਚ ਦਪਾ ਤੋਂ RCMP ਨੇ 17 ਸਾਲ ਦੇ ਇੱਕ ਨੌਜਵਾਨ ਦੀ ਤਸਵੀਰ ਜਾਰੀ ਕੀਤੀ ਹੈ ਤੇ ਜਿਸ ਨੂੰ ਖਤਰਨਾਕ ਦੱਸਿਆ ਗਿਆ ਹੈ, ਜਿਸ ਦੇ ਕੋਲ ਹਥਿਆਰ ਹੋ ਸਕਦਾ ਹੈ, ਜਿਸ ਕਰਕੇ ਜੇਕਰ ਇਸ ਨੌਜਵਾਨ ਨੂੰ ਕੋਈ ਵੀ ਦੇਖਦਾ ਹੈ ਤਾਂ ਤੁਰੰਤ 911 ਤੇ ਫੋਨ ਕਰਕੇ ਜਾਣਕਾਰੀ ਦੇਣ ਦੇ ਲਈ ਕਿਹਾ ਗਿਆ ਹੈ। ਪੁਲਿਸ ਨੇ ਬੁੱਧਵਾਰ ਨੂੰ ਜਿਸ ਦੀ ਤਸਵੀਰ ਸਾਂਝੀ ਕਰਦੇ ਹੋਏ ਦੱਸਿਆ ਕਿ ਇਸ ਦਾ ਨਾਮ ਅਰਨਸਟ ਲੋਇਡ ਕੈਂਪਬੈਲ ਹੈ, ਜੋ ਕਿ 2 ਕਤਲਾਂ ਦੇ ਮਾਮਲੇ ਵਿੱਚ ਇਸ ਦੀ ਭਾਲ ਕੀਤੀ ਜਾ ਰਹੀ ਹੈ, ਜਿਸ ਦੇ ਖਿਲਾਫ ਵਾਰੰਟ ਜਾਰੀ ਕੀਤੇ ਗਏ ਨੇ 2nd ਡਿਗਰੀ ਮਰਡਰ ਦੇ, ਜਿਸ ਦੇ ਉੱਤੇ ਕਤਲ ਦੇ 2 ਮਾਮਲੇ ਨੇ। 15 ਜਨਵਰੀ ਨੂੰ ਪੁਲਿਸ ਨੂੰ 2 ਜਣੇ ਇੱਕ ਘਰ ਦੇ ਬਾਹਰ ਜ਼ਖਮੀ ਹਾਲਤ ਵਿੱਚ ਮਿਲੇ ਸਨ, ਜਿਨ੍ਹਾਂ ਵਿੱਚੋਂ ਇੱਕ ਨੂੰ ਮੌਕੇ ਦੇ ਉੱਤੇ ਮ੍ਰਿਤਕ ਐਲਾਨ ਦਿੱਤਾ ਗਿਆ ਤਾਂ ਦੂਜੇ ਨੇ ਹਸਪਤਾਲ ਪਹੁੰਚ ਕੇ ਦਮ ਤੋੜ ਦਿੱਤਾ। ਜਿਸ ਤੋਂ ਬਾਅਦ ਜਿਵੇਂ ਕਿ ਇਹ ਨੌਜਵਾਨ ਨਾਬਾਲਗ ਹੈ ਤਾਂ ਇਸ ਦੀ ਤਸਵੀਰ ਨੂੰ ਸਾਂਝਾ ਕਰਨ ਵਾਸਤੇ ਪੁਲਿਸ ਨੇ ਅਦਾਲਤ ਤੋਂ ਇਜਾਜ਼ਤ ਲਈ ਹੈ, ਜਿਸ ਤੋਂ ਬਾਅਦ ਹੀ ਇਸ ਦੀ ਤਸਵੀਰ ਤੇ ਨਾਮ ਨੂੰ ਜਨਤਕ ਕੀਤਾ ਗਿਆ ਤੇ ਇਸ ਨੂੰ ਲੱਭਣ ਵਾਸਤੇ ਸਹਿਯੋਗ ਦੀ ਮੰਗ ਕੀਤੀ ਜਾ ਰਹੀ ਹੈ, ਜਿਸ ਦੇ ਬਾਰੇ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਇਸ ਦੇ ਕੋਲ ਹਥਿਆਰ ਵੀ ਹੋ ਸਕਦਾ ਹੈ, ਜਿਸ ਕਰਕੇ ਖਤਰਨਾਕ ਹੋ ਸਕਦਾ ਹੈ ਤੇ ਇਸ ਨੂੰ ਦੇਖਦੇ ਸਾਰ ਐਮਰਜੈਂਸੀ ਨੰਬਰ ਦੇ ਉੱਤੇ ਫੋਨ ਕੀਤਾ ਜਾਵੇ।